ਜਿਹੜੀਆਂ ਗੱਲਾਂ ਮੈਂ ਲਿਖ ਕੇ ਲੈ ਕੇ ਆਇਆ ਸੀਗਾ ਉਹ ਡਾਕਟਰ ਗੁਰਇਕਬਾਲ ਹੋਰਾਂ ਨੇ ਥਿਓਰਾਈਜ਼ ਕੀਤੀਆਂ ਸੀ। ਉਹ ਗੱਲਾਂ ਬੋਲਤੀਆਂ ਵੀ ਜਿਹੜਾ ਸੋਵੀਅਤ ਯੂਨੀਅਨ ਦਾ ਵਿਗਠਨ ਹੋਇਆ, ਅਮਰੀਕਾ ਮਹਾਸ਼ਕਤੀ ਬਣਿਆ, ਅਤੇ ਉਹ ਪੈਰਾ ਵੀ ਛੱਡ ਦੇਣਾ ਵੀ ਜਿਹੜੇ ਇਹਨਾਂ ਨੇ ਗੱਲ ਕੀਤੀ ਹੈ। ਕੁਛ ਜਿਹੜੇ ਕਵੀ ਸੀ ਉਹਨਾਂ ਦੀ ਜਿਹੜੀ ਬੈਕਗਰਾਊਂਡ ਸੀਗੀ ਉਹ ਨੈਕਸਲਾਈਟ ਮੂਵਮੈਂਟ ਨਾਲ ਜੁੜੀ ਹੋਈ ਸੀਗੀ। ਉਹ ਵੀ ਮੈਂ ਉਹਦੇ 'ਚ ਗੱਲਾਂ ਕੀਤੀਆਂ ਵੀ ਉਹ ਕਵਿਤਾ ਉਸੇ ਆਈਡੀਓਲੋਜੀ ਦੇ ਵਿੱਚ ਉਹ ਲਗਾਤਾਰ ਜਿਹੜਾ ਉਹ ਸੰਵਾਦ ਨਿਰੰਤਰ ਜਾਰੀ ਰਹਿੰਦਾ। ਫਿਰ ਵੀ ਮੈਂ 2-4 ਪੈਰੇ ਪੜ੍ਹ ਕੇ ਮੈਂ ਆਪਣੀ ਗੱਲ ਸ਼ਾਰਟ ਕਰ ਦੇਣੀ, ਤੁਹਾਨੂੰ ਟਾਈਮ ਨਹੀਂ ਦੇਣਾ ਵੀ ਇੱਦਾਂ ਰੋਕਣ ਦਾ। ਅਮਰੀਕੀ ਪੰਜਾਬੀ ਕਵਿਤਾ ਦਾ ਮੁੱਢ ਗਦਰ ਲਹਿਰ ਦੀ ਕਵਿਤਾ ਨਾਲ ਵੱਜਦਾ ਹੈ। ਗਦਰ ਲਹਿਰ ਦੀ ਸਮੁੱਚੀ ਕਵਿਤਾ ਜਿੱਥੇ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੁੜੀ ਹੋਈ ਹੈ, ਉੱਥੇ ਨਾਲ ਹੀ ਮਹੱਤਵਪੂਰਨ ਵਿਸ਼ਵੀ ਸਰੋਕਾਰਾਂ ਨੂੰ ਵੀ ਆਪਣੀ ਮੂਲ ਵਿਸ਼ਾ ਸਮੱਗਰੀ ਬਣਾਉਂਦੀ ਹੈ। ਇਸ ਤੋਂ ਇਲਾਵਾ ਰਾਜਨੀਤਿਕ ਚੇਤਨਾ ਇਸ ਕਵਿਤਾ ਦਾ ਮੂਲ ਵਿਚਾਰਧਾਰਕ ਆਧਾਰ ਬਣਦਾ ਹੈ। ਇਸ ਤਰ੍ਹਾਂ ਉਪਰੋਕਤ ਹਵਾਲੇ ਦੇ ਸੰਬੰਧ ਵਿੱਚ ਗਦਰ ਲਹਿਰ ਦੀ ਕਵਿਤਾ ਜਿੱਥੇ ਅਮਰੀਕੀ ਪੰਜਾਬੀ ਕਵਿਤਾ ਲਈ ਇੱਕ ਠੋਸ ਆਧਾਰ ਮੁਹੱਈਆ ਕਰਵਾਉਂਦੀ ਹੈ, ਉੱਥੇ ਇਸ ਨੂੰ ਖਾਸ ਇਤਿਹਾਸਕ ਅਤੇ ਰਾਜਨੀਤਿਕ ਦ੍ਰਿਸ਼ਟੀ ਵੀ ਪ੍ਰਦਾਨ ਕਰਦੀ ਹੈ। ਇਸ ਕਵਿਤਾ ਦੀ ਸੁਰ ਬੜੀ ਉੱਚੀ ਅਤੇ ਤਿੱਖੀ ਹੈ। ਜੇਕਰ ਇਸ ਕਵਿਤਾ ਦਾ ਜਰਾ ਗੌਰ ਨਾਲ ਅਧਿਐਨ ਕੀਤਾ ਜਾਵੇ ਤਾਂ ਅਮਰੀਕਾ ਦੀ ਪੰਜਾਬੀ ਕਵਿਤਾ ਨੂੰ ਵਿਚਾਰਧਾਰਾ ਪੱਖੋਂ ਗਦਰ ਕਾਵਿ ਦੀ ਨਿਰੰਤਰਤਾ ਵਿੱਚ ਰੱਖ ਕੇ ਸਮਝਿਆ ਜਾ ਸਕਦਾ ਹੈ। ਗਦਰ ਲਹਿਰ ਦਾ ਸਮਾਂ 1900 ਈਸਵੀ ਤੋਂ ਲੈ ਕੇ 1930 ਈਸਵੀ ਤੱਕ ਮੰਨਿਆ ਜਾ ਸਕਦਾ ਹੈ। 1947 ਵਿੱਚ ਮੁਲਕ ਦੇ ਆਜ਼ਾਦ ਹੋਣ ਉਪਰੰਤ ਅਮਰੀਕਾ ਵਿੱਚ ਇੱਕ ਵੱਡਾ ਅੰਤਰਾਲ ਸਾਹਿਤ ਸਿਰਜਣਾ ਸੰਬੰਧੀ ਸੁੰਨ ਦਾ ਸਮਾਂ ਹੈ। ਇਹ ਵਿਰਾਮ ਦੀ ਅਵਸਥਾ ਉਦੋਂ ਤੱਕ ਬਣੀ ਰਹਿੰਦੀ ਹੈ ਜਦੋਂ ਤੱਕ ਭਾਰਤ ਵਿੱਚ ਆਰਥਿਕ ਮੰਦਵਾੜੇ ਦੇ ਚਲਦਿਆਂ ਸਾਡੇ ਬਹੁਤ ਸਾਰੇ ਲੇਖਕ ਅਤੇ ਅਧਿਆਪਕ ਪ੍ਰਤੀਕੂਲ ਪ੍ਰਸਥਿਤੀਆਂ ਨਾਲ ਜੂਝਦੇ ਹੋਏ ਬਿਹਤਰ ਆਰਥਿਕ ਸੁੱਖ ਸਹੂਲਤਾਂ ਅਤੇ ਮਨ ਵਿੱਚ ਖੁਸ਼ਹਾਲ ਜ਼ਿੰਦਗੀ ਦਾ ਸੁਪਨਾ ਸੰਜੋਈ ਅਮਰੀਕਾ ਦੀ ਧਰਤੀ 'ਤੇ ਪ੍ਰਵਾਸ ਧਾਰਨ ਨਹੀਂ ਕਰਦੇ। ਇਸ ਨਾਲ 20ਵੀਂ ਸਦੀ ਦੇ 7ਵੇਂ ਦਹਾਕੇ ਵਿੱਚ ਅਮਰੀਕੀ ਪੰਜਾਬੀ ਕਵਿਤਾ ਦਾ ਫਿਰ ਤੋਂ ਪੁਨਰ ਉਥਾਨ ਹੁੰਦਾ ਹੈ। ਇਸ ਤਰ੍ਹਾਂ ਅਮਰੀਕੀ ਪੰਜਾਬੀ ਕਵਿਤਾ ਦੀ ਉਮਰ ਲਗਭਗ 50 ਕੁ ਦਹਾਕਿਆਂ ਦੇ ਕਰੀਬ ਬਣਦੀ ਹੈ। ਹਵਾਲੇ ਵਜੋਂ ਸ਼ਬਦਾਂ ਦਾ ਸ਼ਗਨ ਪੁਸਤਕ ਦੇ ਸੰਪਾਦਕ ਪੰਜਾਬੀ ਕਵੀ ਅਤੇ ਵਿਦਵਾਨ ਡਾਕਟਰ ਗੁਰਮੇਲ ਨੇ 37 ਕਵੀਆਂ ਦੀ ਕਾਵਿ ਰਚਨਾ, ਸੁਖਵਿੰਦਰ ਕੰਬੋਜ ਅਤੇ ਰਵਿੰਦਰ ਸਹਿਰਾ ਨੇ ਅਮਰੀਕੀ ਪੰਜਾਬੀ ਕਵਿਤਾ ਦੇ ਸੰਪਾਦਨ ਵਿੱਚ 26 ਕਵੀਆਂ ਦੀ ਕਾਵਿ ਰਚਨਾ, ਤਾਰਾ ਸਾਗਰ ਅਤੇ ਨੀਲਮ ਸੈਣੀ ਨੇ ਉਧਾਰ ਲੈ ਪਰਾਂ ਦੀ ਦਾਸਤਾਨ ਵਿੱਚ 38 ਕਵੀਆਂ ਦੀ ਕਾਵਿ ਰਚਨਾ ਦਾ ਸੰਪਾਦਨ ਕਰਕੇ ਅਮਰੀਕਾ ਵਿੱਚ ਭਰਵੇਂ ਕਾਵਿ ਦ੍ਰਿਸ਼ ਦਾ ਪੁਖਤਾ ਪ੍ਰਮਾਣ ਪੇਸ਼ ਕੀਤਾ ਹੈ। ਅਮਰੀਕੀ ਪੰਜਾਬੀ ਕਵਿਤਾ ਨੂੰ ਮੋਟੇ ਤੌਰ 'ਤੇ 2 ਪ੍ਰਮੁੱਖ ਵਰਗਾਂ ਵਿੱਚ ਵੰਡ ਕੇ ਸਮਝਿਆ ਜਾ ਸਕਦਾ ਹੈ। ਇਸ ਦੇ 2 ਮਹੱਤਵਪੂਰਨ ਪਸਾਰ ਬਣਦੇ ਹਨ। ਇਸ ਕਵਿਤਾ ਦਾ ਇੱਕ ਪਸਾਰ ਭੂ ਹੇਰਵੇ, ਨਸਲੀ ਵਿਤਕਰੇ, ਅਲਗਾਓ, ਸੱਭਿਆਚਾਰਕ ਤਣਾਅ, ਪੀੜ੍ਹੀ ਪਾੜੀ ਦੀ ਸਮੱਸਿਆ ਨਾਲ ਜੁੜਿਆ ਹੋਇਆ ਹੈ। ਇਸ ਦਾ ਦੂਜਾ ਮਹੱਤਵਪੂਰਨ ਪਸਾਰ ਅਮਰੀਕੀ ਰਾਜਨੀਤਿਕ ਪ੍ਰਬੰਧ ਦੇ ਸੱਤਾਗਤ ਅਤੇ ਧੌਂਸ ਮੂਲਕ ਵਰਤਾਰਿਆਂ ਨਾਲ ਸੰਵਾਦ ਰਚਾਉਂਦਾ ਹੈ। ਇਹ ਸਾਰਾ ਹੋਰ ਥਿਊਰੀ ਦੇ 5-7 ਪੇਜ ਨੂੰ ਮੈਂ ਛੱਡ ਰਿਹਾ, ਮੈਂ ਸਿੱਧਾ ਕਵਿਤਾ ਦੇ ਐਨਾਲਿਸਿਸ 'ਤੇ ਆ ਰਿਹਾ, ਕਿਉਂਕਿ 1-2 ਨਵੇਂ ਕਵੀ ਮੈਂ ਇਹਦੇ 'ਚ ਸ਼ਾਮਲ ਕੀਤੇ ਜਿਨ੍ਹਾਂ ਦੀ ਹੁਣੇ ਕਿਤਾਬਾਂ ਆਈਆਂ। ਇਸ ਸੰਦਰਭ ਵਿੱਚ ਜੇਕਰ ਸਮੁੱਚੀ ਅਮਰੀਕੀ ਪੰਜਾਬੀ ਕਵਿਤਾ ਦਾ ਜਰਾ ਗੌਰ ਨਾਲ ਅਧਿਐਨ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਸ ਵਿੱਚ ਵਿਸ਼ਵ ਰਾਜਨੀਤੀ ਦੇ ਵੱਖ-ਵੱਖ ਪਸਾਰ ਆਪਣੇ ਆਪ ਦ੍ਰਿਸ਼ਟੀਗੋਚਰ ਹੋਣ ਲੱਗਦੇ ਹਨ। ਉਪਰੋਕਤ ਹਵਾਲੇ ਦੇ ਪ੍ਰਸੰਗ ਵਿੱਚ ਰਵਿੰਦਰ ਸਹਿਰਾ ਅਮਰੀਕੀ ਪੰਜਾਬੀ ਕਵਿਤਾ ਦਾ ਇੱਕ ਅਜਿਹਾ ਨਾਮਵਰ ਸ਼ਾਇਰ ਹੈ ਜਿਸ ਨੇ ਅਮਰੀਕੀ ਪੰਜਾਬੀ ਕਵਿਤਾ ਨੂੰ ਵਿਚਾਰਧਾਰਕ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ। ਉਹ ਪ੍ਰਗਤੀਸ਼ੀਲ ਮੁਹਾਵਰੇ ਦਾ ਧਾਰਨੀ ਹੈ। ਇਸੇ ਲਈ ਉਸ ਦੀ ਕਵਿਤਾ ਵਿੱਚ ਆਵਾਸ ਅਤੇ ਪ੍ਰਵਾਸ ਦੌਰਾਨ ਵਿਚਾਰਧਾਰਕ ਪ੍ਰਤੀਬੱਧਤਾ ਨਿਰੰਤਰ ਬਣੀ ਰਹਿੰਦੀ ਹੈ। ਉਸ ਨੇ ਪ੍ਰਵਾਸੀ ਜੀਵਨ ਵਿਚਲੇ ਸੰਕਟਾਂ, ਅੰਤਰਦਵੰਦਾਂ ਅਤੇ ਵੰਗਾਰਾਂ ਨੂੰ ਬਹੁਤ ਹੀ ਮਾਰਮਿਕ ਢੰਗ ਨਾਲ ਚਿੱਤਰਨ ਦਾ ਯਤਨ ਕੀਤਾ ਹੈ। ਇਸ ਦੇ ਨਾਲ ਹੀ ਉੱਥੋਂ ਦੇ ਰਾਜਨੀਤਿਕ ਪ੍ਰਬੰਧ ਦੀ ਸੋਝੀ ਉਸ ਦੀ ਕਵਿਤਾ ਨੂੰ ਇੱਕ ਵੱਖਰੀ ਤਾਸੀਰ ਪ੍ਰਦਾਨ ਕਰਦੀ ਹੈ। ਉਸ ਨੇ ਗਲੋਬਲ ਪੱਧਰ 'ਤੇ ਪੂੰਜੀਵਾਦੀ ਪ੍ਰਬੰਧ ਵਿਚਲੀ ਵਿਕਰਾਲਤਾ ਨੂੰ ਬਹੁਤ ਤਿੱਖੀ ਸੁਰ ਵਿੱਚ ਬਿਆਨ ਕੀਤਾ ਹੈ। ਉਸ ਦੀ ਇੱਕ ਕਵਿਤਾ ਹੈ, ਉਹਦਾ ਮੈਂ ਕਾਗਜ਼ ਕਲਮ ਕਿਤਾਬ ਜਿਹੜੀ ਹੈ ਉਹਦੇ 'ਚੋਂ ਲਈ ਹੈ। ਰਾਹ ਜਾਂਦਿਆਂ ਲੜਾਈਆਂ ਮੁੱਲ ਲਵੇ, ਅਦਾਲਤਾਂ 'ਚ ਝੂਠੇ ਗਵਾਹਾਂ ਵਾਂਗ ਬਣ ਬਵੇ, ਦੂਰ ਦਰਾਡੇ ਮੁਲਕਾਂ ਦੇ ਜੂਝਦੇ ਜੁਝਾਰ ਲੋਕਾਂ ਦੇ ਲੱਕ ਤੋੜਨ ਦੀਆਂ ਸਕੀਮਾਂ ਘੜੇ, ਰਾਕਟਾਂ ਮਿਜ਼ਾਈਲਾਂ ਦੀ ਤਾਕਤ ਨਾਲ, ਚਾਣਕਿਆਂ ਦੀ ਚਲਾਕ ਨੀਤੀ ਨਾਲ ਜਿਹਨੂੰ ਚਾਹੇ ਧੌਣੋਂ ਜਾ ਫੜੇ। ਇਸ ਕਵਿਤਾ ਦੀ ਨਿਰੰਤਰਤਾ ਵਿੱਚ ਸੁਖਵਿੰਦਰ ਕੰਬੋਜ ਅਮਰੀਕੀ ਪੰਜਾਬੀ ਕਵਿਤਾ ਦਾ ਇੱਕ ਅਜਿਹਾ ਸਮਰੱਥ ਸ਼ਾਇਰ ਹੈ ਜਿਸ ਨੇ ਰਾਜਨੀਤਿਕ ਚੇਤਨਾ ਵਾਲੀ ਕਵਿਤਾ ਵਿੱਚ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ। ਉਹ ਸਮਾਜਵਾਦੀ ਨਜ਼ਰੀਏ ਦਾ ਧਾਰਨੀ ਹੈ। ਉਸ ਦੀ ਕਵਿਤਾ
ਪ੍ਰਵਾਸੀ ਜੀਵਨ ਵਿਚਲੀ ਘੁਟਨ ਅਤੇ ਉਪਰਾਮਤਾ ਨੂੰ ਵੱਖ-ਵੱਖ ਕਾਵਿ ਜੁਗਤਾਂ ਰਾਹੀਂ ਪ੍ਰਗਟਾਉਂਦੀ ਹੋਈ ਗਹਿਰੀ ਕਾਵਿ ਸੰਵੇਦਨਾ ਦਾ ਪ੍ਰਗਟਾਵਾ ਕਰਦੀ ਹੈ। ਉਸ ਦੀ ਕਵਿਤਾ ਵਿਸ਼ਵ ਦੀਆਂ ਪੂੰਜੀਵਾਦੀ ਸ਼ਕਤੀਆਂ ਵੱਲੋਂ ਗਲੋਬਲ ਪੱਧਰ 'ਤੇ ਮਚਾਈ ਜਾ ਰਹੀ ਲੁੱਟ ਖਸੁੱਟ ਅਤੇ ਅਫਰਾ ਤਫਰੀ ਨੂੰ ਬਹੁਤ ਹੀ ਰੋਹੀਲੀ ਸੁਰ ਵਿੱਚ ਪ੍ਰਗਟ ਕਰਦੀ ਹੈ। ਉਸ ਦੀ ਕਵਿਤਾ ਦੀ ਮੁੱਖ ਸੁਰ ਚਿੰਤਨੀ ਅਤੇ ਵੰਗਾਰਵੀਂ ਹੈ। ਉਹ ਪ੍ਰਵਾਸ ਵਿਚਲੀ ਤਲਖੀ ਨੂੰ ਚੇਤਨਾ ਦੀ ਭਾਸ਼ਾ ਵਿੱਚ ਵਿਅਕਤ ਕਰਨ ਨੂੰ ਵਧੇਰੇ ਤਰਜੀਹ ਦਿੰਦਾ ਹੈ। ਮੈਂ ਨੀਂਦ ਨਾਲ ਲੜਦਾ ਹਾਂ, ਇੱਕ ਸੁਪਨਾ ਮੇਰੇ ਦਰਵਾਜ਼ੇ 'ਤੇ ਦਸਤਕ ਦਿੰਦਾ ਹੈ। ਸੁਪਨੇ 'ਚ ਬਾਲ ਵਿਲਕਦਾ ਹੈ ਅਤੇ ਮੋਈਆਂ ਰਾਤਾਂ ਦਾ ਦਰਦ ਜਾਗ ਉੱਠਦਾ ਹੈ। ਅੰਬਰ 'ਤੇ ਭਟਕਦਾ ਚੰਨ ਮੈਨੂੰ ਦੱਸਦਾ ਹੈ ਮੈਂ ਕਿਵੇਂ ਬੀਤ ਰਿਹਾ ਹਾਂ। ਪ੍ਰੋਫੈਸਰ ਹਰਭਜਨ ਸਿੰਘ ਨੇ ਸ਼ਬਦ ਸੁਪਨਾ ਅਤੇ ਸੰਗਰਾਮ ਕਾਵਿ ਸੰਗ੍ਰਹਿ ਰਾਹੀਂ ਅਮਰੀਕੀ ਪੰਜਾਬੀ ਕਵਿਤਾ ਵਿੱਚ ਇੱਕ ਵੱਖਰਾ ਅਧਿਆਇ ਜੋੜਿਆ ਹੈ। ਉਹ ਅਮਰੀਕੀ ਸਾਮਰਾਜ ਦੇ ਦੂਜੇ ਮੁਲਕਾਂ ਨਾਲ ਸੰਬੰਧਾਂ ਦੀ ਵਿਆਕਰਨ ਨੂੰ ਗਹਿਰੀ ਦ੍ਰਿਸ਼ਟੀ ਤੋਂ ਵੇਖਦਾ ਘੋਖਦਾ ਅਤੇ ਵਿਸ਼ਲੇਸ਼ਿਤ ਕਰਦਾ ਹੈ। ਉਸ ਦੀ ਕਵਿਤਾ ਅਮਰੀਕੀ ਰਾਜਨੀਤਿਕ ਪ੍ਰਬੰਧ ਵੱਲੋਂ ਵਿਸ਼ਵ ਪੱਧਰ 'ਤੇ ਮਚਾਈ ਅੰਨੀ ਲੁੱਟ ਖਸੁੱਟ ਅਤੇ ਬੁਰਛਾਗਰਦੀ ਨੂੰ ਆਪਣੀ ਕਾਵਿ ਚੇਤਨਾ ਦਾ ਮੂਲ ਧੁਰਾ ਬਣਾਉਂਦੀ ਹੈ। ਉਹ ਅਮਰੀਕੀ ਰਾਜਨੀਤੀ ਦੇ ਧੌਂਸਮਈ ਤਬਾਹਕੁਨ ਵਰਤਾਰਿਆਂ ਨੂੰ ਬੜੀ ਵਿਸਫੋਟਕ ਭਾਸ਼ਾ ਵਿੱਚ ਪ੍ਰਗਟਾਉਂਦਾ ਹੈ। ਉਹ ਅਮਰੀਕੀ ਰਾਜਨੀਤਿਕ ਪ੍ਰਬੰਧ ਦੀਆਂ ਜਟਲ ਪਰਤਾਂ ਅਤੇ ਸਿਸਟਮੀ ਹਨੇਰਿਆਂ ਨੂੰ ਬਹੁਤ ਹੀ ਬਰੀਕ ਬੀਨੀ ਨਾਲ ਦ੍ਰਿਸ਼ਟੀਗੋਚਰ ਕਰਦਾ ਹੈ। ਇਹ ਪਿਆਰੇ ਦੇਸ਼ ਵਾਸੀਓ, ਮੇਰੀ ਜਿੱਤ 'ਤੇ ਸ਼ੱਕ ਨਾ ਕਰੋ ਅਤੇ ਦੇਸ਼ ਭਗਤੀ ਦਾ ਜਾਪ ਕਰੋ। ਇਤਿਹਾਸ ਗਵਾਹ ਹੈ, ਮੈਂ ਜਦ ਵੀ ਤੁਰਿਆ ਹਾਂ ਝੰਡਾ ਗੱਡ ਕੇ ਹੀ ਮੁੜਿਆ ਹਾਂ। ਨਾਗਾਸਾਕੀ, ਹੀਰੋਸ਼ੀਮਾ ਨਹੀਂ ਕੋਈ ਮਿੱਥ ਜਾਂ ਮਿਥਿਹਾਸ, ਮੇਰੀ ਹਸਤੀ ਦੀ ਹੈ ਜਿੰਦਾ ਮਿਸਾਲ। ਕਿਸ ਬਾਗ ਦੀ ਮੂਲੀ ਹੈ ਇਹ ਭੜੂਆ, ਉਸਾਮਾ ਬਿਨ ਲਾਦੇਨ, ਆ ਗਿੱਦੜ ਤਾਲੀਬਾਨ। ਇਸ ਤਰ੍ਹਾਂ ਰਵਿੰਦਰ ਸਹਿਰਾ, ਸੁਖਵਿੰਦਰ ਕੰਬੋਜ ਅਤੇ ਪ੍ਰੋਫੈਸਰ ਹਰਭਜਨ ਸਿੰਘ ਦੀ ਕਵਿਤਾ ਜਿੱਥੇ ਗਲੋਬਲ ਪੱਧਰ 'ਤੇ ਅਮਰੀਕੀ ਮਹਾਸ਼ਕਤੀ ਦੀਆਂ ਵੱਖ-ਵੱਖ ਦਮਨਮੂਲਕ ਪਰਤਾਂ ਨਾਲ ਵਾਬਸਤਾ ਹੁੰਦੀ ਹੈ, ਉੱਥੇ ਨਾਲ ਹੀ ਇਸ ਪ੍ਰਬੰਧ ਦੇ ਧੌਂਸਮਈ ਕਿਰਦਾਰ, ਕਾਰਪੋਰੇਟੀ ਨੀਤੀਆਂ, ਜ਼ੁਲਮ, ਸ਼ੋਸ਼ਣ, ਉਤਪੀੜਨ ਅਤੇ ਹੇਟ ਕ੍ਰਾਈਮ ਦੇ ਵੱਖ-ਵੱਖ ਰੂਪਾਂ ਨੂੰ ਵੀ ਅਭਿਵਿਅਕਤ ਕਰਦੀ ਹੈ। ਡਾਕਟਰ ਗੁਰਮੇਲ ਅਤੇ ਜਗਜੀਤ ਬਰਾੜ ਨੇ ਵੀ ਇੱਥੋਂ ਦੇ ਸਿਸਟਮ ਦੇ ਵਿਰੋਧ ਵਿੱਚ ਬੜੀ ਭਾਵਪੂਰਤ ਕਾਵਿ ਰਚਨਾ ਕੀਤੀ ਹੈ। ਡਾਕਟਰ ਗੁਰਮੇਲ ਜਿੱਥੇ ਅਮਰੀਕੀ ਪੰਜਾਬੀ ਕਵਿਤਾ ਨੂੰ ਰੂਪ ਅਤੇ ਵਿਸ਼ੇ ਪੱਖੋਂ ਦਾਰਸ਼ਨਿਕ ਰੰਗਣ ਪ੍ਰਦਾਨ ਕਰਦਾ ਹੈ, ਉੱਥੇ ਜਗਜੀਤ ਬਰਾੜ ਡੂੰਘੀ ਅਤੇ ਸੰਕੇਤਕ ਸ਼ੈਲੀ ਵਿੱਚ ਗੱਲ ਕਰਦਾ ਹੋਇਆ ਅਮਰੀਕੀ ਰਾਜਨੀਤਿਕ ਪ੍ਰਬੰਧ ਅੰਦਰਲੀਆਂ ਵਿਰਲਾਂ ਨੂੰ ਚਿੱਤਰਨ ਵਿੱਚ ਜ਼ਿਆਦਾ ਰੁਚੀ ਦਿਖਾਉਂਦਾ ਹੈ। ਉਹਦੀ ਸ਼ਕਤੀਸ਼ਾਲੀ ਸੰਕੇਤਕ ਜੁਗਤ ਕਵਿਤਾ ਦਾ ਖੂਬਸੂਰਤ ਪਹਿਰਣ ਬਣ ਜਾਂਦੀ ਹੈ। ਜਦ ਕੋਈ ਸਿਰ ਫਿਰਿਆ ਤਕਰਾਰ ਭਖਦੇ ਲਲਕਾਰੇ ਵਾਂਗੂ ਮੇਰੇ ਮਸਤਕ ਵਿੱਚ ਵੱਜਦਾ ਹੈ ਤਾਂ ਜਿਹਨ 'ਚ ਇੰਤਕਾਮ ਜਾਗਦਾ ਹੈ, ਰੋਹ ਵਿੱਚ ਸਿਰ ਉਬਲਦਾ ਹੈ, ਲੋੜੇ ਦਾ ਤਾਪ ਮੇਰੇ ਹੱਡਾਂ ਵਿੱਚ ਰੱਜ ਜਾਂਦਾ ਹੈ। ਕਿਰਪਾ ਤੇਰੇ ਵਿਛੋੜੇ ਦੀਏ, ਠੰਡੀ ਰਾਤ ਦੇ ਕਾਲੇ ਪੇਟ 'ਚ ਸ਼ਹਿ ਲਾ ਕੇ ਬੈਠੀ ਭੂਤਾਂ ਦੀ ਪਲਟਨ ਮੇਰੇ ਬੂਹੇ ਦਸਤਕ ਦੇਵੇ, ਜਸ਼ਨ ਮਨਾਉਣ ਲਈ ਪਿੰਜਰ ਮੇਰੇ 'ਤੇ ਨੱਚਣ ਜਾਵੇ। ਅਮਰੀਕੀ ਪੰਜਾਬੀ ਕਵਿਤਾ ਵਿੱਚ ਸ਼ਸ਼ੀ ਸਮੁੰਦਰਾ, ਸੁਰਜੀਤ, ਰਾਣੀ ਨਗੇਂਦਰ, ਗੁਲਸ਼ਨ ਦਿਆਲ, ਨੀਲਮ ਸੈਣੀ, ਮਨਜੀਤ ਗਿੱਲ ਅਤੇ ਹਰਪ੍ਰੀਤ ਕੌਰ ਧੂਤ ਜਿੱਥੇ ਪ੍ਰਵਾਸੀ ਔਰਤ ਦੇ ਅੰਤਰਮਨ ਦੀ ਆਵਾਜ਼ ਨੂੰ ਜ਼ੁਬਾਨ ਦਿੰਦੀਆਂ ਹਨ, ਉੱਥੇ ਨਾਲ ਹੀ ਬਦਲਦੀਆਂ ਵਿਸ਼ਵ ਪ੍ਰਸਥਿਤੀਆਂ ਵਿੱਚ ਔਰਤ ਦੀ ਬਦਲ ਰਹੀ ਭੂਮਿਕਾ ਅਤੇ ਮਨੋਸਥਿਤੀ ਨੂੰ ਵੀ ਦ੍ਰਿਸ਼ਟਮਾਨ ਕਰਦੀਆਂ ਹਨ। ਇਹਨਾਂ ਲੇਖਾਵਾਂ ਨੇ ਔਰਤ ਦੀ ਹੋਂਦ ਅਤੇ ਹਸਤੀ ਨਾਲ ਜੁੜੇ ਅਸਤਿਤਵੀ ਮਸਲਿਆਂ ਦੇ ਨਾਲ ਨਾਲ ਪ੍ਰਵਾਸੀ ਔਰਤ ਦੀ ਚੇਤਨ ਸਥਿਤੀ ਨੂੰ ਵੀ ਚਿਤਰਨ ਦਾ ਯਤਨ ਕੀਤਾ ਹੈ। ਇਹਨਾਂ ਦੀ ਕਵਿਤਾ ਜਿੱਥੇ ਪਿਤਰੀ ਸੱਤਾ ਅੱਗੇ ਇੱਕ ਵਗਾਰ ਖੜੀ ਕਰਦੀ ਹੈ, ਉੱਥੇ ਨਾਲ ਹੀ ਪ੍ਰਵਾਸੀ ਔਰਤ ਦੀ ਨਵੀਂ ਭੂਮਿਕਾ ਨੂੰ ਵੀ ਸਾਕਾਰ ਕਰਦੀ ਹੈ। ਇਸ ਦੇ ਨਾਲ ਹੀ ਇਹ ਕਵਿਤਾ ਨਾਰੀ ਦਾਇਰਿਆਂ ਤੋਂ ਉੱਪਰ ਉੱਠਦੀ ਹੋਈ ਉੱਥੋਂ ਦੇ ਸਮਾਜਿਕ ਸੱਭਿਆਚਾਰਕ ਸੰਕਟਾਂ ਨੂੰ ਵੀ, ਤਾਣੇ ਬਾਣੇ ਨੂੰ ਵੀ ਹੱਥ ਪਾਉਣ ਦਾ ਯਤਨ ਕਰਦੀ ਹੈ। ਸ਼ਸ਼ੀ ਸਮੁੰਦਰਾ ਦੀ ਕਵਿਤਾ 'ਚੋਂ ਹਵਾਲਾ ਹੈ, ਉਹਨੇ ਆਪਣੇ ਵਾਲਾਂ ਨੂੰ ਛੰਡਿਆ, ਸਿਰ ਉੱਚਾ ਚੁੱਕਿਆ ਅਤੇ ਇੰਝ ਚੱਲੀ ਜਿਵੇਂ ਬੱਸ ਸੜਕ ਉਹਦੀ ਹੀ ਹੋਵੇ। ਉਸ ਵੇਲੇ ਉਹਦਾ ਕੱਦ ਲੇਡੀ ਆਫ ਲਿਬਰਟੀ ਜਿੱਡਾ ਹੋ ਗਿਆ ਅਤੇ ਗੋਂਡਿਆਂ ਦੀ ਢਾਣੀ ਖਲੋਤੇ ਖਿਆਲਾਂ ਦੇ ਪਾਣੀ 'ਤੇ ਉੱਡਦਾ ਬਹਿੰਦਾ ਅਤੇ ਭਿੰਨ ਭਣਾਉਂਦਾ ਮਾਮੂਲੀ ਜਿਹਾ ਮੱਛਰ। ਅਗਲੀ ਜਿਹੜੀ ਕਵਿਤਾ ਦਾ ਹਵਾਲਾ ਹੈ ਉਹ ਹੈ ਰਾਣੀ ਨਗੇਂਦਰ ਦੀ ਕਵਿਤਾ 'ਚੋਂ। ਉਹ 42ਵੀਂ ਸਟਰੀਟ, ਗੁਨਾਹ ਦਾ ਕੋਈ ਵਕਤ ਨਹੀਂ, ਚਿੱਟੀ ਭੂਤਨੀ ਪਾ ਕੇ ਸਾਵੀ ਘੱਗਰੀ, ਸਾਵੀ ਲਿਪਸਟਿਕ, ਕਾਲੇ ਮਰਦ ਨੂੰ ਸਪਣੀ ਬਣ ਕੇ ਡੱਸਦੀ, ਕਾਲੀ ਹੈਪਸ਼ਨ ਅੱਖਾਂ ਫੇਰੇ, ਗੋਰੇ ਗੱਭਰੂ ਦੇ ਡਾਲਰ ਛਲਦੀ, ਅੰਜੀਲ ਨੂੰ ਹੋਕਾ ਲਾ ਕੇ ਵੇਚਣ, ਹਰ ਪਾਸੇ ਵਪਾਰ ਦਾ ਰੌਲਾ, ਫਿਰ ਵੀ ਮੈਨੂੰ ਚੰਗੀ ਲੱਗਦੀ ਹੈ 42ਵੀਂ ਸਟਰੀਟ। ਅਗਲਾ ਹਵਾਲਾ ਗੁਲਸ਼ਨ ਦਿਆਲ ਦੀ ਕਵਿਤਾ 'ਚੋਂ। ਉਹ ਉਦਾਸ ਹੈ, ਮੇਰੇ ਦਿਲ ਨੂੰ ਸੱਟ ਲੱਗਦੀ ਹੈ, ਮੈਂ ਆਖਦੀ ਹਾਂ ਕੀ ਹੋਇਆ,
ਜਵਾਬ ਵਿੱਚ ਉਸਦੇ ਦੋ ਹੰਝੂ ਗਿਰਦੇ ਹਨ। ਮੈਨੂੰ ਪਤਾ ਹੈ ਰਾਤ ਦਾਰੂ ਤੇ ਗੋਲੀਆਂ ਦੇ ਨਸ਼ੇ ਵਿੱਚ ਪਿਓ ਲੜਿਆ ਤੇ ਸ਼ੋਰ ਮਚਾਇਆ ਹੋਵੇਗਾ ਤੇ ਸਵੇਰੇ ਸਾਜਰੇ ਉਸ ਨੂੰ ਸਕੂਲ ਦੀ ਕੈਫੇਟੇਰੀਆ ਵਿੱਚ ਮੁਫਤ ਬ੍ਰੇਕਫਾਸਟ ਲਈ ਛੱਡ ਮਾਂ ਕਾਲੀ ਕਾਲੀ ਕੰਮ ਤੇ ਗਈ ਹੋਵੇਗੀ। ਅਗਲੀ ਜਿਹੜਾ ਹਵਾਲਾ ਹੈ ਉਹ ਹੈਗਾ ਸੁਰਜੀਤ ਦੀ ਕਿਤਾਬ ਸਕਸ਼ਤ ਰੰਗ ਚੋਂ। ਸ਼ਾਇਦ ਤੁਰੇ ਤੇ ਅਸੀਂ ਸੀ ਹੀ ਨਹੀਂ, ਵਾਸਨਾਵਾਂ ਦੇ ਭੰਬਲ ਭੂਸੇ 'ਚ ਫਸੇ ਅਸੀਂ ਵੇਖਦੇ ਰਹੇ ਟੀਵੀ ਉੱਤੇ ਨੱਚਦੀਆਂ ਨੰਗੀਆਂ ਔਰਤਾਂ, ਇੰਟਰਨੈੱਟ 'ਤੇ ਬੈਠ ਵੇਖਦੇ ਰਹੇ ਅਸ਼ਲੀਲ ਤਸਵੀਰਾਂ, ਸਿਰਜਦੇ ਰਹੇ ਨਵੇਂ ਲਾਲ ਬੱਤੀ ਬਾਜ਼ਾਰ। ਅਗਲਾ ਜਿਹੜਾ ਹਵਾਲਾ ਉਹ ਨੀਲਮ ਸੈਣੀ ਦੀ ਇੱਕ ਕਵਿਤਾ 'ਚੋਂ। ਨਾ ਅਮਰੀਕਾ ਦਾ ਰੌਲਾ, ਨਾ ਇਰਾਕ ਦਾ ਰੌਲਾ, ਤੇਲ ਦਾ ਰੌਲਾ ਤੇ ਧਾਤ ਦਾ ਰੌਲਾ, ਨਾ ਮੁਸਲਿਮ ਦਾ ਰੌਲਾ, ਨਾ ਮੁਸਲਮਾਨ ਦਾ ਰੌਲਾ, ਨਾਮ ਕੁਰਾਨ ਤੇ ਨਾ ਅਫਗਾਨ ਦਾ ਰੌਲਾ, ਬਸ ਧਰਤੀ 'ਚ ਲੁਕੇ ਸਮਾਨ ਦਾ ਰੌਲਾ। ਮਨਜੀਤ ਗਿੱਲ ਦੀ ਕਿਤਾਬ ਚਰਖਾ ਆਈ ਹੈ। ਇਹ ਹੁਣ ਇੱਕ ਨਵੀਂ ਕਿਤਾਬ ਆਈ ਹੁਣੇ, ਉਹ ਹੁਣ ਚੁੱਪ ਨਹੀਂ, ਹਰਪ੍ਰੀਤ ਕੌਰ ਧੂਤ ਦੀ, ਉਹਦੇ 'ਚੋਂ ਹਵਾਲਾ ਹੈ। ਉਹ ਉਸ ਦੇ ਘਰ ਵਿੱਚ ਪਈ ਉਸ ਦੇ ਲਈ ਸਿਰਫ ਤੇ ਸਿਰਫ ਇੱਕ ਸੈਕਸ ਮਸ਼ੀਨ ਹੈ ਜਿਸ ਨੂੰ ਉਹ ਆਪਣੀ ਲੋੜ ਮੁਤਾਬਕ ਆਨ ਤੇ ਆਫ ਕਰਦਾ ਹੈ, ਕਿਉਂਕਿ ਮਸ਼ੀਨ ਸਿਰਫ ਵਰਤੀ ਜਾਂਦੀ ਹੈ ਜ਼ਰੂਰਤ ਦੇ ਮੁਤਾਬਕ। ਇਹ ਸਾਰੇ ਲਗਭਗ ਇਹਦੇ 'ਚ ਅਮਰੀਕਾ ਦੇ ਜਿਹੜੇ ਪੋਇਟ ਹੈ ਇਸ ਪੇਪਰ 'ਚ ਕੋਟ ਕੀਤੇ ਹੋਏ ਆ। ਮੈਂ ਇੱਕ ਕ੍ਰਾਸ ਲਾਈਨ 'ਚ ਖ਼ਤਮ ਕਰਦਾ ਵੀ ਇਸ ਕਵਿਤਾ ਦੀ ਮਹੱਤਤਾ ਇਹ ਹੈ, ਸਮਾਂ ਬਹੁਤ ਘੱਟ ਸੀ, ਗੱਲਾਂ ਹੋ ਵੀ ਨਹੀਂ ਸਕੀਆਂ, ਵੀ ਇਸ ਸਮਕਾਲ ਦੇ ਨਾਲ ਜਿਹੜੀ ਬਹੁਤੀ ਕਵਿਤਾ ਹੈ, ਜਿਹੜੀ ਚਰਚਿਤ ਕਵਿਤਾ ਹੈ, ਉਹ ਸਾਰੇ ਪੜ੍ਹਦੇ ਉਹ ਸਮਕਾਲ ਨਾਲ ਇੱਕ ਪ੍ਰਵਚਨੀ ਸੁਰ ਬਣਾਉਣ ਦਾ ਯਤਨ ਕਰਦੀ ਹੈ। ਇਹੀ ਇਸ ਕਵਿਤਾ ਦੀ ਜਿਹੜੀ ਹੈ ਇੱਕ ਸਾਰਥਿਕਤਾ ਜਿਹੜੀ ਹੈ ਉਹ ਆਖੀ ਜਾ ਸਕਦੀ ਹੈ। ਧੰਨਵਾਦ।